जिथों तक बचन का सवाल है वो तो संभव नहीं। कई बार लोग बड़े डरते हैं साधारण चीज ते भी उन्होंने लगता है कैंसर है ते भी छाती नवी पहली बार वो नोट करते हैं कोई गंढ या मास फटाफट सर्जन को दिखाओ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਨਿਊਜ਼ ਹੈਡਲਾਈਨ ਇੰਡੀਆ ਦੇ ਵਿੱਚ ਔਰ ਮੈਂ ਓਮਕਾਰ ਸਿੰਘ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਸਪੈਸ਼ਲ ਟੌਪਿਕ ਦੇ ਉੱਪਰ ਗੱਲ ਕਰਨ ਬਾਰੇ। ਦੋਸਤੋ ਅੱਜ ਅਸੀਂ ਜਿਸ ਟੌਪਿਕ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਸੈਂਸਿਟਿਵ ਟੌਪਿਕ ਹੈ ਜਿਹਨੂੰ ਕਿ ਅਸੀਂ ਔਰਤਾਂ ਵਿੱਚ ਛਾਤੀ ਦਾ ਕੈਂਸਰ ਜਾਂ ਬ੍ਰੈਸਟ ਕੈਂਸਰ ਕਹਿ ਸਕਦੇ ਹਾਂ। ਔਰ ਮੈਂ ਗੱਲ ਕਰਾਂਗੇ ਅੱਜ ਬ੍ਰੈਸਟ ਕੈਂਸਰ ਦੇ ਸਪੈਸ਼ਲਿਸਟ ਜੋ ਕਿ ਅੰਮ੍ਰਿਤਸਰ ਪਾਰਵਤੀ ਦੇਵੀ ਹਸਪੀਟਲ ਤੋਂ ਨੇ, ਇਹ ਡਾਇਰੈਕਟਰ ਸਰਜਰੀ ਨੇ ਇੱਥੇ। मेरी मुराद है डॉक्टर भोला सिंह सिद्धू जी तो। सत श्री अकाल सर, बहुत स्वागत है सर ਤੁਹਾਡਾ। ਓਮਕਾਰ ਸਿੰਘ जी ਤੇ ਰਾਜੀਵ ਸ਼ਰਮਾ जी ਤੁਹਾਡਾ बहुत बहुत ਧੰਨਵਾਦ ਕਿ ਤੁਸੀਂ ਇੱਥੇ ਆਉਣ ਦਾ ਟਾਈਮ ਕੱਢਿਆ ਮੁਲਾਕਾਤ ਕਰਨ ਲਈ ਬਹੁਤ ਬਹੁਤ ਧੰਨਵਾਦ। सर ਤੁਹਾਡਾ ਫਿਰ ਇੱਕ ਵਾਰ बहुत स्वागत है। और सर मेरा एक पहला सवाल रहेगा क्योंकि सर ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਇੱਕ ਬਹੁਤ ਹੀ ਸੈਂਸਿਟਿਵ ਟੌਪਿਕ ਦੇ ਉੱਪਰ ਗੱਲ ਕਰਾਂਗੇ ਜਿਹਨੂੰ ਕਿ ਅਸੀਂ ਬ੍ਰੈਸਟ ਕੈਂਸਰ ਕਹਿੰਦੇ ਹਾਂ, ਜਿਹੜੀਆਂ ਮਹਿਲਾਵਾਂ ਦੇ ਵਿੱਚ ਕਾਫੀ ਅੱਜ ਕੱਲ੍ਹ ਪਾਇਆ ਜਾਂਦਾ ਹੈ। ਸਰ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਤੁਹਾਡੇ ਆਪਣੇ ਬਾਰੇ ਦੱਸੋ, ਤੁਹਾਡੀ ਪੜ੍ਹਾਈ ਤੁਸੀਂ ਜਿਹੜੀ ਸੀ ਉਹ ਕਿੱਥੋਂ ਕੀਤੀ ਅਤੇ ਸਰਜਰੀ ਦਾ ਹੀ ਜਿਹੜਾ ਤੁਹਾਡਾ ਸੀ ਸਬਜੈਕਟ ਤੁਸੀਂ ਕਿਉਂ ਚੁਣਿਆ? ਓਮਕਾਰ ਜੀ ਇਹ ਬੜੀ ਦਿਲਚਸਪ ਕਹਾਣੀ ਹੈ। ਹੋ ਸਕਦਾ ਕੁਝ ਦਰਸ਼ਕ ਇਹ ਸੁਣ ਕੇ ਹੈਰਾਨ ਵੀ ਹੋਣ। ਮੈਂ 1964 ਵਿੱਚ ਇੱਕ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਹੈ ਉੱਥੋਂ ਪ੍ਰੀ ਮੈਡੀਕਲ ਪਾਸ ਕੀਤੀ ਜਿਹਨੂੰ ਕਿ ਅੱਜ ਕੱਲ੍ਹ ਤੁਸੀਂ +2 ਮੈਡੀਕਲ ਕਹਿੰਦੇ ਹੋ ਜੀ। ਉਸ ਸਮੇਂ ਮੈਂ ਇੱਕ ਸਧਾਰਨ ਕਿਸਾਨ, ਥੋੜੀ ਜਿਹੀ ਜ਼ਮੀਨ ਵਾਲੇ ਕਿਸਾਨ, ਆਗਾਊ ਕਿਸਾਨ ਦਾ ਬੇਟਾ ਹੈ। ਮੇਰੇ ਮਾਂ-ਬਾਪ ਨੂੰ ਨਹੀਂ ਪਤਾ ਸੀ ਕਿ ਇਹ ਕਾਹਦੀ ਪੜ੍ਹਾਈ ਕਰ ਰਿਹਾ ਤੇ ਇਹਨੇ ਕੀ ਬਣਨਾ ਹੈ। ਮੇਰੇ ਬਾਪ ਸੀ ਜੋ ਫਾਦਰ, ਉਹ ਚਾਹੁੰਦੇ ਸੀ ਕਿ ਜਾਂ ਤਾਂ ਓਵਰਸੀਅਰ ਬਣੇ ਸਿੰਚਾਈ ਵਿਭਾਗ 'ਚ ਜਾਂ ਪਟਵਾਰੀ ਬਣੇ, ਕਿਉਂਕਿ ਕਿਸਾਨਾਂ ਲਈ ਇਹ ਪਟਵਾਰੀ ਤੇ ਓਵਰਸੀਅਰ ਬੜੇ ਵੱਡੇ ਅਫਸਰ ਗਿਣੇ ਜਾਂਦੇ ਸੀ। ਪਰ ਕਿਸਮਤ ਕਹਿ ਲਓ ਜਾਂ ਜੋ ਕਹਿ ਲਓ, ਮੇਰੀ ਮਾਂ ਨੇ ਕਿਹਾ ਕਿ ਜੇ ਮੁੰਡਾ ਪੜ੍ਹਨਾ ਚਾਹੁੰਦਾ ਤਾਂ ਇਹਨੂੰ ਪੜ੍ਹਾਓ। ਉਸ ਸਮੇਂ ਨਾ ਤਾਂ ਕੋਈ ਟਿਊਸ਼ਨ ਸੀ ਨਾ ਕੋਈ ਸਿਫਾਰਿਸ਼ ਸੀ। ਸਾਡੇ ਵਰਗਿਆਂ ਦੀ ਕੀ ਸਿਫਾਰਿਸ਼ ਹੋਣੀ ਸੀ। ਤਾਂ ਪ੍ਰੀ ਮੈਡੀਕਲ ਚੋਂ ਪੰਜਾਬ ਯੂਨੀਵਰਸਿਟੀ ਤੋਂ ਮੇਰਾ ਮੈਰਿਟ ਲਿਸਟ 16ਵਾਂ ਨੰਬਰ ਆਇਆ ਸੀ। ਜਦੋਂ ਮੈਂ ਪਟਿਆਲੇ ਦਾਖਲ ਹੋਇਆ ਤਾਂ ਉੱਥੇ ਮੇਰਾ ਚੌਥਾ ਨੰਬਰ ਸੀ ਜੀ। ਉੱਥੇ ਮੈਂ 1964 ਤੋਂ 1972 ਦਸੰਬਰ 31 ਤੱਕ ਮੈਡੀਕਲ ਕਾਲਜ ਪੜ੍ਹਾਈ ਕੀਤੀ। ਉਸ ਤੋਂ ਬਾਅਦ ਸਾਲ ਬਾਅਦ ਇਮਤਿਹਾਨ ਹੋਇਆ, ਇੱਕ 2 ਸਕਾਲਰਸ਼ਿਪ ਹੋਰ ਲਾ 3 ਵਜ਼ੀਫਿਆਂ ਨਾਲ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ। ਤੁਸੀਂ ਹੈਰਾਨੀ ਹੋਵੋਗੇ ਕਿ ਜਦੋਂ ਡਿਗਰੀ ਮਿਲਣੀ ਸੀ ਪੰਜਾਬੀ ਯੂਨੀਵਰਸਿਟੀ MBBS ਦੀ ਤਾਂ ਤੁਹਾਨੂੰ ਮੈਸ ਚੋਂ ਤੇ ਲਾਇਬ੍ਰੇਰੀ ਚੋਂ ਨੋ ਡਿਊਜ਼ ਇਤਰਾਜ਼ੀਨ ਸਰਟੀਫਿਕੇਟ ਲੈਣਾ। ਜਦੋਂ ਮੈਂ ਮੈਸ ਵਾਲੇ ਠੇਕੇਦਾਰ ਕੋਲੇ ਗਿਆ ਤਾਂ ਕਹਿੰਦਾ ਡਾਕਟਰ ਸਾਹਿਬ ਤੁਹਾਡਾ ਤਾਂ ਬਿੱਲ ਇੰਨਾ ਰਹਿੰਦਾ ਤੇ ਮੈਂ ਤੁਹਾਨੂੰ ਨੋ ਡਿਊਜ਼ ਨਹੀਂ ਦੇ ਸਕਦਾ। ਮੇਰੇ ਉਦੋਂ ਇੱਕ ਰਿੰਗ ਪਾਈ ਹੁੰਦੀ ਸੀ ਛੋਟੀ ਸੋਨੇ, ਉਹ ਮੈਨੂੰ ਰਿੰਗ ਨੂੰ ਰੁਮਾਲ ਲਪੇਟ ਕੇ ਦੇਣੀ ਪਏਗੀ, ਮੈਨੂੰ ਨੋ ਡਿਊਜ਼ ਦੇ ਦੇ, ਮੈਂ ਡਿਗਰੀ ਤਾਂ ਲੈਣਾ। ਸੋ 1/1/1970 ਤੋਂ ਮੈਂ ਸਰਜਰੀ 'ਚ ਹਾਊਸ ਜੌਬ ਸ਼ੁਰੂ ਕੀਤੀ। ਜਦੋਂ ਵੀ ਕਿਤੇ ਫਾਰਮ ਭਰੀਦਾ ਸੀ ਕਿ ਤੁਸੀਂ ਕਿਹੜੇ ਸਬਜੈਕਟ ਜਾਣਾ ਤਾਂ 1 2 3 ਚੋਇਸਿਸ ਹੁੰਦੀਆਂ ਸੀ। ਮੈਂ ਹਮੇਸ਼ਾ 1 ਸਰਜਰੀ 2 ਸਰਜਰੀ 3 ਸਰਜਰੀ ਲਿਖਦਾ ਸੀ ਜੀ। ਸਰਜਰੀ ਨਾਲ ਇੰਨਾ ਮੇਰੀ ਪੈਸ਼ਨ ਸੀ। ਮੈਨੂੰ ਇੱਕ ਦਿਨ ਪਤਾ ਲੱਗਿਆ, ਕਿਸੇ ਸਟੂਡੈਂਟ ਨੇ ਕਿਹਾ ਕਿ ਮੇਰੇ ਬਾਪ ਦਾ ਅੱਜ ਮਸਾਨੇ ਚੋਂ ਪਥਰੀ ਕੱਢਣ ਦਾ ਆਪਰੇਸ਼ਨ।
ਅੱਛਾ, ਮੈਂ ਉਹਦੇ ਨਾਲ ਹੈਲਥ ਸੈਂਟਰ ਆਇਆ ਤੇ ਮੈਨੂੰ ਜਦੋਂ ਪਤਾ ਲੱਗਾ ਕਿ ਆਪਰੇਸ਼ਨ ਸ਼ੁਰੂ ਹੋਣਾ ਤਾਂ ਆਪਰੇਸ਼ਨ ਥੀਏਟਰ ਦੇ ਇੱਕ ਪਾਸੇ ਸ਼ੀਸ਼ਾ ਸੀ ਜੀ। ਮੈਂ ਉੱਥੇ ਜਾ ਕੇ ਨਾ ਇੰਨੀ ਮੇਰੀ ਮਤਲਬ ਤੀਬਰ ਇੱਛਾ ਸੀ ਦੇਖਣ ਦੀ, ਮੈਂ ਜਾ ਕੇ ਆਪਰੇਸ਼ਨ ਦੇਖਣ ਲੱਗ ਪਿਆ। ਮੈਂ 5 ਮਿੰਟ ਦੇਖਿਆ, ਮੈਨੂੰ ਆ ਕੇ ਕਿਸੇ ਨੇ ਗਰਦਨ ਤੋਂ ਫੜ ਲਿਆ। ਇਹ ਕੀ ਕਰ ਰਹੇ ਕਾਕਾ? ਮੈਂ ਜੀ ਮੈਂ ਤਾਂ ਆਪਰੇਸ਼ਨ ਦੇਖ ਰਿਹਾ ਬਸ ਇੱਥੋਂ ਕਹਿੰਦੇ। ਪਰ ਮੈਨੂੰ ਅਜੇ ਕਲੀਅਰ ਯਾਦ ਹੈ ਕਿ ਮੈਨੂੰ ਇੱਕ ਰਾਤ ਸੁਪਨੇ 'ਚ ਮੈਂ ਬੰਦੇ ਦਾ ਸਾਰਾ ਪੇਟ ਖੁੱਲਾ ਦਿਖਿਆ। ਅਜੇ ਤੱਕ ਮੇਰੇ ਦਿਮਾਗ ਤੇ ਅੰਦਰ ਜਾ ਕੇ ਜਿਗਰ ਦਿਖ ਰਿਹਾ, ਗੁੱਡੇ ਦਿਖ ਰਹੇ, ਅੰਦਰ ਦੁਖ ਰਹੀ ਹੈ, ਸਾਰਾ ਕੁਝ। ਖੇਤ 'ਚ ਮੈਂ ਪਾਣੀ ਲਵਾ ਰਿਹਾ ਆਪਣੇ ਕਾਮੇ ਦੇ ਨਾਲ। ਉਹ ਜਦੋਂ ਪਾਣੀ ਜਾਂਦਾ ਤੇ ਚੂਹੇ ਬੜੇ ਵੱਡੇ ਵੱਡੇ ਨਿਕਲਦੇ ਖੇਤ 'ਚੋਂ। ਮੈਨੂੰ ਯਾਦ ਆ ਕਿ ਮੈਂ ਉਹਨੂੰ ਕਿਹਾ ਮੈਨੂੰ ਚੂਹਾ ਮਾਰ ਦੇ। ਚੂਹਾ ਮਾਰ ਕੇ ਘਰੋਂ ਮੈਂ ਘਰ ਨੇੜੇ ਚਾਕੂ ਲਿਆ ਕੇ ਉਹ ਪਾਣੀ ਲਾ ਰਿਹਾ, ਮੈਂ ਚੂਹੇ ਦਾ ਪੇਟ ਕੱਟ ਕੇ ਅੰਦਰ ਦੇਖ ਰਿਹਾ ਦੇਖੀ, ਮਤਲਬ ਇੰਟਰਸਟ ਦੀ ਗੱਲ ਜੀ। ਚਲੋ ਇੱਕ ਸੱਤਰ ਤੋਂ ਸਰਜਰੀ ਸ਼ੁਰੂ ਕੀਤੀ ਜੀ। ਫਿਰ ਮੈਂ ਬਹੁਤ ਜਲਦੀ, ਕਿਉਂਕਿ ਮੇਰੇ ਗੋਲਡ ਮੈਡਲ, ਸਿਲਵਰ ਮੈਡਲ, ਬ੍ਰੌਂਜ਼ ਕਈ ਕੁਝ ਸੀ, ਮੈਡਲ ਸਰਟੀਫਿਕੇਟ ਤਾਂ ਮੈਨੂੰ ਮਿਹਨਤ ਦੇ ਆਧਾਰ ਤੇ PCMS ਗ੍ਰੈਜੂਏਟ ਜਿਹੜੀ ਪੋਸਟ ਹੁੰਦੀ ਆ ਉਹ 1/71 ਨੂੰ ਜੁਆਇਨ ਕੀਤੀ। ਜਦੋਂ ਮੈਂ PCMS ਜੁਆਇਨ ਕੀਤੀ 1 ਜਨਵਰੀ ਨੂੰ ਤੇ ਜਨਰਲ ਡਿਊਟੀ ਪੂਰੀ ਕੀਤੀ ਮਈ 'ਚ, ਬੀਇੰਗ ਅ ਗੋਲਡ ਮੈਡਲਿਸਟ ਪਬਲਿਕ ਸਰਵਿਸ ਕਮਿਸ਼ਨ ਚੋਂ ਲਿਸਟ 'ਚ ਮੇਰਾ ਸੀ ਚੌਥਾ ਨੰਬਰ। ਦਿਨ ਉੱਪਰ ਸੀ MDMS, ਮੈਂ MBBS ਸੀ ਨਾ। ਤਾਂ ਉੱਥੋਂ ਮੈਨੂੰ ਅਜੇ ਮਹੀਨਾ ਹੀ ਹੋਇਆ ਸੀ ਕਿ ਅੱਧੀ ਰਾਤ ਨੂੰ ਮੇਰੇ ਦੋਸਤ ਮੇਰੇ ਆਰਡਰ ਲੈ ਕੇ ਆ ਕੇ ਚੱਲ ਤੇਰੇ ਮੈਡੀਕਲ ਕਾਲਜ ਪਟਿਆਲਾ ਜਨਰਲ ਹਸਪਤਾਲ ਦੇ ਰਜਿਸਟਰ। ਇੱਕ ਵਾਰੀ ਗੱਡੀ ਲਾਈਨ ਤੇ ਚੜ੍ਹ ਗਈ, ਮਾਰਕੀਟ ਵਿੱਚ ਸੀ ਲੱਗਦੇ ਪਬਲਿਕ ਸਰਵਿਸ ਕਮਿਸ਼ਨ ਤੋਂ ਸਿਲੈਕਟ ਹੋਇਆ, ਫਿਰ ਪ੍ਰੋਫੈਸਰ ਕਮਿਸ਼ਨ ਤੋਂ ਸਿਲੈਕਟ ਹੋਇਆ। ਪਟਿਆਲੇ ਜਦੋਂ ਮੈਂ ਸੀ 80 'ਚ ਮੈਨੂੰ ਭਾਰਤ ਸਰਕਾਰ ਵੱਲੋਂ ਇੱਕ ਕਾਮਨਵੈਲਥ ਮੈਡੀਕਲ ਫੈਲੋਸ਼ਿਪ ਹੁੰਦੀ ਹੈ, ਉਹਦੇ 'ਚ ਮੇਰੀ ਚੋਣ ਮੈਨੂੰ ਕਿਸੇ ਮਤਲਬ ਐਪਲੀਕੇਸ਼ਨ ਸਾਰੇ ਦੇ ਦਿੰਦੇ ਆ, ਪਰ ਉਹ ਮੈਨੂੰ ਪਤਾ ਲੱਗਿਆ ਜਦੋਂ ਦਿੱਲੀ ਨੂੰ ਚਿੱਠੀ ਆ ਗਈ ਕਿ ਭਾਈ ਤੂੰ ਲੈ ਕੇ ਜਾਣ ਦੀ ਤਿਆਰੀ ਕਰ। ਕਾਹਦੇ? ਕੈਂਸਰ ਦੀ। 80 'ਚ। ਅੱਛਾ, ਉੱਥੋਂ ਮੈਂ 80 ਸਤੰਬਰ ਦੇ ਮਤਲਬ ਕਿ 30 ਨੂੰ ਕਹਿ ਲਓ ਜਾਂ 29 ਨੂੰ ਜਹਾਜ਼ ਚੜ੍ਹਿਆ ਤਾਂ ਪਹਿਲਾਂ ਸਕਾਟਲੈਂਡ 'ਚ ਗਲਾਸਗੋ ਸ਼ਹਿਰ ਹੈ, ਬੜਾ ਮਸ਼ਹੂਰ ਇਸ ਵੇਲੇ। ਉੱਥੇ ਯੂਨੀਵਰਸਿਟੀ ਆਫ ਗਲਾਸਗੋ ਦੇ ਵਿੱਚ ਕੈਂਸਰ ਦਾ ਜਿਹੜਾ ਟ੍ਰੀਟਮੈਂਟ ਆ ਉਹਦੇ 'ਚ ਮੈਂ ਇੱਕ ਵਰਲਡ ਫੇਮਸ ਕੈਂਸਰ ਸਪੈਸ਼ਲਿਸਟ ਨਾਲ 9 ਮਹੀਨੇ ਕੰਮ ਕੀਤਾ। ਕੀਮੋਥੈਰੇਪੀ, ਰੇਡੀਓਥੈਰੇਪੀ, ਸਰਜਰੀ ਸਭ ਕੁਝ ਦੇਖਦਾ ਸੀ। ਪਰ ਇੱਥੇ ਜਾਣ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਜਿਹੜੇ ਛਾਤੀ ਦੇ ਕੈਂਸਰ ਦੇ ਮਰੀਜ਼ ਆਉਂਦੇ ਆ ਉਹਨਾਂ ਦਾ ਕੋਈ ਜਿਹੜਾ ਟ੍ਰੀਟਮੈਂਟ ਆ ਉਹ ਸਟੈਂਡਰਡਾਈਜ਼ਡ ਨਹੀਂ ਹੈ, ਕੋਈ ਵਰਲਡ ਕਲਾਸ ਟ੍ਰੀਟਮੈਂਟ ਨਹੀਂ ਹੋ ਰਿਹਾ। ਉੱਥੇ ਫਿਰ ਇੱਕ ਵਲੈਤ ਦਾ ਡਾਕਟਰ ਸੀ ਉਸੇ ਡਿਪਾਰਟਮੈਂਟ 'ਚ ਸਕਾਟਲੈਂਡ, ਉਹਨੇ ਮੈਨੂੰ ਕਿਹਾ ਡਾਕਟਰ ਸਿੱਧੂ ਤੂੰ, ਮੈਂ ਉਹਨੂੰ ਦੱਸਿਆ ਸੀ ਕਿ ਭਾਈ ਮੈਂ ਬ੍ਰੈਸਟ ਕੈਂਸਰ ਟ੍ਰੀਟਮੈਂਟ ਇੰਟਰਸਟਡ ਹਾਂ। ਉਹ ਕਹਿੰਦਾ ਫਿਰ ਕੋਈ ਗੱਲ ਲੰਡਨ ਸੱਚ ਸਰਜਨ ਹੈਗਾ ਵਰਲਡ ਫੇਮਸ, ਤੂੰ ਬ੍ਰਿਟਿਸ਼ ਕਾਉਂਸਲ ਨੂੰ ਕਹਿ ਤੈਨੂੰ ਉੱਥੇ ਭੇਜ ਦੇ। ਉਹ ਮੈਂ ਅਪਲਾਈ ਕੀਤਾ ਔਰ ਕਹਿੰਦੇ ਨਾ ਤਾਂ ਮੈਨੂੰ 3 ਜੁਲਾਈ ਅਗਸਤ ਤੋਂ 3 ਮਹੀਨੇ ਰਾਇਲ ਮਾਰਗਨ ਹਸਪੀਟਲ ਹੈ ਸਾਰੀ ਦੁਨੀਆ 'ਚ ਮਸ਼ਹੂਰ ਕੈਂਸਰ ਹਸਪੀਟਲ, ਉੱਥੇ ਮੈਂ 3 ਮਹੀਨੇ ਇੱਕ ਜੌਨ ਗੈਜੇ ਹੁੰਦਾ ਸੀ ਸਰਜਨ, ਉਹਦੇ ਨਾਲ ਕੰਮ ਕੀਤਾ। ਔਰ ਇੱਕ ਬਹੁਤ ਵਧੀਆ ਗੱਲ ਹੈ ਜਿਸ ਤਰ੍ਹਾਂ ਕਿ ਸਰ ਨੇ ਕਿਹਾ ਕਿ ਡਾਕਟਰ ਦਾ ਜਿਹੜਾ ਕੰਮ ਹੈ ਉਹ ਮਰੀਜ਼ਾਂ ਦੀ ਸੇਵਾ ਕਰਨਾ ਹੁੰਦਾ ਹੈ। ਔਰ ਜਿਸ ਤਰ੍ਹਾਂ ਕਿ ਸਰ ਨੇ ਸਾਨੂੰ ਦੱਸਿਆ ਕਿ ਸਰ ਇੱਕ ਸਧਾਰਨ ਪਰਿਵਾਰ ਤੋਂ ਸੀ ਅਤੇ ਕਿਸ ਤਰ੍ਹਾਂ ਇਹਨਾਂ ਦੇ ਅੰਦਰ ਲਗਨ ਸੀ ਡਾਕਟਰ ਬਣਨ ਦੀ ਜਾਂ ਸਰਜਰੀ ਕਰਨ ਦੀ। ਔਰ 1971 ਦੇ ਵਿੱਚ ਜਿਹੜਾ ਸੀ ਇਹਨਾਂ ਨੇ ਆਪਣਾ ਉਹ ਸਫ਼ਰ ਸ਼ੁਰੂਆਤ ਕੀਤਾ, ਜਿਹਨੂੰ ਕਿ ਤਕਰੀਬਨ ਅੱਜ 50 ਸਾਲ ਹੋ ਚੁੱਕੇ ਨੇ ਅਤੇ ਅਣਗਿਣਤ ਹੀ ਲੋਕਾਂ ਦੀਆਂ ਸਰਜਰੀ ਕਰ ਚੁੱਕੇ ਨੇ, ਅਣਗਿਣਤ ਹੀ ਲੋਕਾਂ ਨੂੰ ਠੀਕ ਕਰ ਚੁੱਕੇ ਨੇ। ਔਰ ਡਾਕਟਰ ਸਾਹਿਬ ਸਾਨੂੰ ਬਹੁਤ ਹੀ ਮਾਣ ਵੀ ਮਹਿਸੂਸ ਹੋ ਰਿਹਾ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਅੱਜ ਇੱਕ ਸਪੈਸ਼ਲ ਇੰਟਰਵਿਊ ਕਰ ਰਹੇ ਹੋ। ਔਰ ਸਰ ਮੇਰਾ ਜਿਹੜਾ ਅਗਲਾ ਸਵਾਲ ਰਹੇਗਾ, ਕਿਉਂਕਿ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਬ੍ਰੈਸਟ ਕੈਂਸਰ ਦੇ ਉੱਪਰ, ਕਿਉਂਕਿ ਬੇਸਿਕਲੀ 2 ਹੀ ਕੈਂਸਰ ਜਿਹੜੇ ਔਰਤਾਂ ਦੇ ਵਿੱਚ ਹੁੰਦੇ ਨੇ, ਇੱਕ ਤਾਂ ਆਪਾਂ ਜੇ ਗੱਲ ਕਰੀਏ ਸਰਵਿਕਲ ਕੈਂਸਰ ਔਰ ਦੂਸਰਾ ਜਿਹੜਾ ਬ੍ਰੈਸਟ ਕੈਂਸਰ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਬ੍ਰੈਸਟ ਕੈਂਸਰ ਸਰ ਜਿਹੜਾ ਹੈਗਾ ਇਹ ਆਮ ਔਰਤਾਂ ਨਾਲੋਂ ਕਿਹੜੀ ਔਰਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਜ਼ਿਆਦਾ ਪਾਇਆ ਜਾਂਦਾ ਜਾਂ ਇਹਨਾਂ ਦੇ ਜਿਹੜੇ ਲੱਛਣ ਜਿਹੜੇ ਇਹਦੇ ਹੁੰਦੇ ਨੇ ਜ਼ਿਆਦਾ ਦੇਖੇ ਜਾਂਦੇ ਨੇ? ਦੇਖੋ ਓਮਕਾਰ ਜੀ, ਸਾਡੇ ਮੁਲਕ 'ਚ ਨੰਬਰ 1 ਕੈਂਸਰ ਅਸੀਂ ਕਹਿੰਦੇ ਹਾਂ ਸਰਵਾਈਕਲ ਕੈਂਸਰ, ਜਿਹੜਾ ਬੱਚੇ ਦਾ ਨਿਗਰ ਨੂੰ ਸਰਵਿਕਸ ਤੇ ਬ੍ਰੈਸਟ ਕੈਂਸਰ 2 ਨੰਬਰ ਤੇ ਆਉਂਦਾ। ਬਾਕੀ ਵੈਸਟ 'ਚ ਅਮਰੀਕਾ ਬ੍ਰੈਸਟ ਕੈਂਸਰ 1 ਨੰਬਰ। 100 ਚੋਂ ਤਕਰੀਬਨ 10 ਔਰਤਾਂ ਨੂੰ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਸਾਰੀ ਦੁਨੀਆ ਵਿੱਚ। ਕੁਝ ਮੁਲਕਾਂ 'ਚ 100 ਚੋਂ 8 ਕਹਿ ਦਿੰਦੇ ਆ, ਕੁਝ ਨੂੰ 100 ਚੋਂ 12 ਕਹਿੰਦੇ, ਤਾਂ 10 ਐਵਰੇਜ ਬਣ ਜਾਂਦੀ ਜੀ। ਜੇ ਅਸੀਂ ਕਹੀਏ ਕਿ
ਕਿਹੜੀਆਂ ਔਰਤਾਂ 'ਚ ਰਿਸਕ ਫੈਕਟਰ ਹੈ, ਕਿੰਨਾ ਦੇ ਮਤਲਬ ਜ਼ਿਆਦਾ ਸੰਭਾਵਨਾ ਹੈ ਕੈਂਸਰ ਹੋਣ ਦੀ, ਤਾਂ ਕੁਝ ਫੈਕਟਰ ਹੈ, ਪਰ ਕਿਸੇ ਪਾਰਟਿਕੂਲਰ ਔਰਤ ਤੇ ਰਿਸਕ ਫੈਕਟਰ ਹੋਣ ਦਾ ਮਤਲਬ ਇਹ ਨਹੀਂ ਕਿ ਜ਼ਰੂਰੀ ਉਹਨੂੰ ਕੈਂਸਰ ਹੋਏਗਾ ਜੀ। ਪਰ ਰਿਸਕ ਫੈਕਟਰ ਦਾ ਇਹ ਹੈ ਕਿ ਉਹਨੂੰ ਦੂਸਰੀਆਂ ਔਰਤਾਂ ਨਾਲੋਂ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਜੀ। ਫਾਰ ਐਗਜ਼ਾਮਪਲ, ਜਦੋਂ ਅਸੀਂ ਕੋਈ ਪੇਸ਼ੈਂਟ ਆਉਂਦਾ ਹੈ ਬ੍ਰੈਸਟ ਕੋਈ ਗੰਢ ਹੈ, ਸਭ ਤੋਂ ਪਹਿਲਾਂ ਇਹ ਮੇਰੇ ਅਸਿਸਟੈਂਟ ਜਿਹੜੀ ਕੁੜੀ ਆ ਉਹ ਟ੍ਰੇਨਡ ਆ, ਉਹ ਪੁੱਛੇਗੀ ਜੀ ਤੁਹਾਡੇ ਫੈਮਿਲੀ 'ਚ ਤਾਂ ਨਹੀਂ ਜੀ। ਫੈਮਿਲੀ ਮੀਨਸ ਉਹ ਕਹੇਗੀ ਮਾਂ, ਨਾਨੀ, ਮਾਸੀ, ਭੈਣ, ਇਹਨਾਂ 'ਚ ਤਾਂ ਨਹੀਂ ਕਿਸੇ ਨੂੰ ਕੈਂਸਰ ਸੀ ਛਾਤੀ ਦਾ, ਇਹਨੂੰ ਕਹਿੰਦੇ ਫੈਮਿਲੀ ਜੀ। ਪਰ ਜੇ ਤੁਸੀਂ ਕਹੋ ਕਿ ਕਿਹੜੇ ਮਤਲਬ ਕਿਸ ਤਰ੍ਹਾਂ ਦੀਆਂ ਸਰੀਰਾਂ ਨੂੰ ਜਾਂ ਔਰਤਾਂ ਨੂੰ ਇਸ ਭਾਵਨਾ ਹੁੰਦੀ, ਪਹਿਲੀ ਚੀਜ਼ ਇਹ ਹੈ ਕਿ 140 ਕੈਂਸਰ ਦੇ ਮਰੀਜ਼ਾਂ ਚੋਂ ਸਿਰਫ ਇੱਕ ਕੈਂਸਰ ਬੰਦਿਆਂ ਨੂੰ ਹੁੰਦਾ, ਬਾਕੀ ਸੋ ਲਿੰਗ ਸੈਕਸ ਬੀਇੰਗ ਫੀਮੇਲ ਇਜ਼ ਦਾ ਬਿਗੇਸਟ ਰਿਸਕ। ਠੀਕ ਹੈ ਜੀ। ਇਸ ਤੋਂ ਇਲਾਵਾ ਉਮਰ ਤੁਸੀਂ ਕਹਿ ਲਓ, ਜਿਉਂ-ਜਿਉਂ ਉਮਰ ਵੱਧਦੀ ਹੈ ਤਿਉਂ-ਤਿਉਂ ਕੈਂਸਰ ਦੀ ਸੰਭਾਵਨਾ ਵੱਧਦੀ ਹੈ। ਹਰ ਕੈਂਸਰ ਲਈ ਇਹ ਮਤਲਬ ਟਰੂ ਹੈਗਾ। ਮੋਸਟਲੀ 30 ਸਾਲ ਤੋਂ ਇਹ ਕੰਮ ਸ਼ੁਰੂ ਹੁੰਦਾ, ਬਗਲ 'ਚ ਗਿਣਤੀਆਂ ਹੋ ਜਾਣ। MRI ਸਾਨੂੰ ਦੱਸ ਦਿੰਦਾ ਕਿ ਸਟੇਜ 1 ਹੈ, ਸਟੇਜ 2 ਹੈ। ਸਟੇਜ 1 ਤੇ ਸਟੇਜ 2 ਦੇ ਵਿੱਚ ਸਰਜੀਕਲ ਆਪਰੇਸ਼ਨ ਨਾਲ ਸਾਰਾ ਕੁਝ ਠੀਕ ਹੁੰਦਾ ਹੈ, ਮਤਲਬ ਸਰਜਰੀ ਹੋ ਸਕਦੀ। ਸਟੇਜ 3 ਜਿਹੜਾ ਹੈਗਾ ਉਹ ਦੂਈ ਗਾਂ ਵੱਧ ਜਾਂਦਾ ਕਿ ਜਿਹੜੀਆਂ ਗਿਣਤੀਆਂ ਉਹ ਇੱਥੇ ਫਿਕਸ ਹੋ ਜਾਂਦੀਆਂ ਖੂਨ ਦੀਆਂ ਨਾੜੀਆਂ ਨੂੰ, ਜਾਂ ਜਿਹੜਾ ਛਾਤੀ 'ਚ ਗੰਢ ਆ ਉਹ ਛਾਤੀ ਦੇ ਹੇਠਾਂ ਪੱਠਿਆਂ ਕਿਲੀ ਦੀ ਫਿਕਸ ਹੋ ਗਈ। ਸਟੇਜ 3 ਜਿਹੜੀ ਹੈਗੀ ਆ ਉਹਦੇ ਸਿੱਧੇ ਵੱਟ ਅਸੀਂ ਸਰਜਰੀ ਨਹੀਂ ਕਰ ਸਕਦੇ, ਉਸ ਨੂੰ ਪਹਿਲਾਂ ਸਾਨੂੰ ਦਵਾਈਆਂ ਨਾਲੀਆਂ ਬਿਜਲੀ ਨਾਲ ਸਟੇਜ 2 ਲੈਣਾ ਪੈਂਦਾ, ਫਿਰ ਆਪਰੇਸ਼ਨ। ਸਟੇਜ 4 ਜਿਹਨੂੰ ਆਮ ਲੋਕ ਕਹਿੰਦੇ ਜੀ ਆਖਰੀ ਸਟੇਜ ਆ, ਉਹਦਾ ਮਤਲਬ ਹੁੰਦਾ ਹੈ ਕਿ ਜਿਹੜੀ ਬਿਮਾਰੀ ਛਾਤੀ 'ਚ ਕੈਂਸਰ ਹੈ, ਮਰੀਜ਼ ਨੇ ਪਰਵਾਹ ਨਹੀਂ ਕੀਤੀ, ਇਹ ਜਿਗਰ, ਹੱਡੀਆਂ, ਫੇਫੜੇ, ਦਿਮਾਗ ਕਿਤੇ ਵੀ ਜਾ ਸਕਦਾ, ਉਹ ਸਟੇਜ 4। ਸਟੇਜ 4 'ਚ ਕੋਈ ਆਪਰੇਸ਼ਨ ਦਾ ਠੀਕ ਕਰਨ ਵਾਲਾ ਰੋਲ ਤਾਂ ਨਹੀਂ ਹੁੰਦਾ, ਪਰ ਜੇ ਕਈ ਵਾਰੀ ਛਾਤੀ ਸਾਰੀ ਚਾਹੇ ਬੜਾ ਵੱਡਾ ਕਿ ਉਹ ਕੋਈ ਫਟ ਜੇ, ਅਲਸਰ ਬਣ ਜੇ ਬੜਾ ਵੱਡਾ, ਉਹ ਤਾਂ ਉਹਨੂੰ ਟੋਇਲਟ ਮਿਸਟੇਕਟਮੀ ਕਹਿੰਦੇ ਆ, ਵੀ ਸਿਰਫ ਉਹ ਲਾ ਦੀਏ ਉਹਨਾਂ ਤੇ ਬਾਕੀ ਟ੍ਰੀਟਮੈਂਟ ਕੀਮੋਥੈਰੇਪੀ ਜਾਂ ਬਿਜਲੀ ਜੋ ਵੀ ਹੁੰਦਾ ਉਹਦੇ ਨਾਲ। ਜਿਸ ਤਰ੍ਹਾਂ ਕਿ ਸਰ ਤੁਸੀਂ ਗੱਲ ਕੀਤੀ ਕਿ ਇਹਦੇ ਜਿਹੜੀਆਂ ਸਟੇਜਾਂ ਬਾਰੇ ਤੁਸੀਂ ਸਾਰੇ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਇੱਕ ਪਹਿਲੀ ਸਟੇਜ ਤੋਂ ਲੈ ਕੇ ਚੌਥੀ ਸਟੇਜ ਤੱਕ ਤੁਸੀਂ ਕਿਸ ਤਰ੍ਹਾਂ ਜਾਂਦੇ ਹੋ ਤੇ ਚੌਥੀ ਸਟੇਜ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਦਾ ਇਲਾਜ ਹੁੰਦਾ ਹੈ। ਪਰ ਸਰ ਇੱਕ ਹੋਰ ਕਾਮਨ ਗੱਲ ਹਰ ਇਨਸਾਨ ਦੇ ਵਿੱਚ ਹੁੰਦੀ ਹੈ, ਜਿਸ ਤਰ੍ਹਾਂ ਕਿ ਕੈਂਸਰ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਕਾਫੀ ਕਹਿ ਸਕਦੇ ਹੋ ਕਿ ਮਹਿੰਗਾ ਵੀ ਹੈ ਤੇ ਦਰਦਨਾਕ ਵੀ ਹੈ। ਸਰ ਦੇਖੋ, ਦਰਦਨਾਕ ਤਾਂ ਨਹੀਂ ਕਹਿਣਾ ਚਾਹੀਦਾ, ਕਿਉਂਕਿ ਜਿਹੜਾ ਆਪਰੇਸ਼ਨ ਹੁੰਦਾ ਉਹ ਤਾਂ ਬੇਹੋਸ਼ ਕਰਕੇ ਆਪਰੇਸ਼ਨ ਦੇ ਹੁਣ ਇੰਨੇ ਸਾਲ ਹੋ ਗਏ ਮੈਨੂੰ ਕਰਦੇ, ਰਿਜ਼ਲਟ ਬਹੁਤ ਵਧੀਆ ਹੁੰਦੇ। ਪੇਸ਼ੈਂਟ ਆਪਰੇਸ਼ਨ ਤੋਂ ਨਹੀਂ ਕਿਤੇ ਔਖੇ ਜੀ। ਬਾਅਦ ਜਿਹੜਾ ਟ੍ਰੀਟਮੈਂਟ ਹੈਗਾ ਮਹਿੰਗਾ ਜ਼ਰੂਰ ਹੁੰਦਾ, ਪਰ ਮੈਂ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਕਿ ਫਾਰ ਐਗਜ਼ਾਮਪਲ ਇੱਥੇ ਮੈਡੀਕਲ ਕਾਲਜ ਦਾ ਹਸਪੀਟਲ ਹੈ, ਗੁਰੂ ਨਾਨਕ ਦੇਵ ਹਸਪੀਟਲ, ਤੇ ਇੱਕ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਦਾ ਹਸਪੀਟਲ ਹੈ ਵੱਲਾ ਤੇ ਗੁਰੂ ਰਾਮਦਾਸ ਜੀ। ਇਹਨਾਂ ਦੋਨਾਂ ਪੰਜਾਬ ਸਰਕਾਰ 5 ਲੱਖ ਦੀ ਫ੍ਰੀ ਕੀਮੋਥੈਰੇਪੀ, ਰੇਡੀਏਸ਼ਨ, ਸਭ ਕੁਝ 5 ਲੱਖ ਦਾ ਟ੍ਰੀਟਮੈਂਟ, ਇਹਨੂੰ ਸਰਜਰੀ ਵੀ ਜੇ ਉੱਥੇ ਹੀ ਕਰਵਾਉਣੀ ਜੀ 5 ਲੱਖ ਦਾ ਟ੍ਰੀਟਮੈਂਟ ਵੀ ਹੁੰਦਾ, ਪ੍ਰੋਵਾਈਡਡ ਪੇਸ਼ੈਂਟ ਗਵਰਨਮੈਂਟ ਸਰਵੈਂਟ ਤਨਖਾਹ ਨਾਲ ਲੈਂਦਾ ਹੋਵੇ ਤੇ ਪੰਜਾਬ ਦੇ ਅੰਦਰ ਦਾ ਉਹਦਾ ਰੈਜ਼ੀਡੈਂਸ ਦਾ ਜਿਹੜਾ ਹੈ ਆਧਾਰ ਕਾਰਡ ਸ਼ੋ ਕਰੇ ਕਿ ਪੰਜਾਬ 'ਚ ਰਹਿਣ ਵਾਲਾ ਹੈ। ਸੋ ਮਹਿੰਗਾਈ ਵਾਲੇ ਹਾਂ ਕਿਸੇ ਪ੍ਰਾਈਵੇਟ ਹਸਪਤਾਲ ਤੁਸੀਂ ਕਰਾਉਣਾ ਹੈ, ਇੱਥੋਂ ਕੋਈ ਬੰਦਾ ਦਿੱਲੀ ਜਾਵੇ, ਮੁੰਬਈ ਜਾਵੇ, ਉੱਥੇ ਤਾਂ ਫਿਰ ਲੱਖਾਂ ਰੁਪਏ ਬਣਨੇ ਮਹਿੰਗਾ। ਪਰ ਆਮ ਲੋਕਾਂ ਲਈ ਪੰਜਾਬ ਸਰਕਾਰ ਨੇ ਬਹੁਤ ਸ਼ਲਾਘਾਯੋਗ ਇਹ ਕੰਮ ਕੀਤਾ ਕਿ 5 ਲੱਖ ਤੱਕ ਦਾ ਫ੍ਰੀ ਟ੍ਰੀਟਮੈਂਟ, ਕੈਂਸਰ ਕੋਈ ਕੈਂਸਰ ਹੋਵੇ ਇਨਕਲੂਡਿੰਗ ਬ੍ਰੈਸਟ ਕੈਂਸਰ ਹੁੰਦਾ ਹੈ ਜੀ। ਇੱਕ ਮੈਂ ਹੋਰ ਜ਼ਰੂਰੀ ਗੱਲ ਬ੍ਰੈਸਟ ਕੈਂਸਰ ਬਾਰੇ ਦੱਸਣਾ ਚਾਹੁੰਦਾ, ਉਹਨੂੰ ਅਸੀਂ ਕਹਿੰਦੇ ਹਾਂ ਬ੍ਰੈਸਟ ਸੈਲਫ ਐਗਜ਼ਾਮੀਨੇਸ਼ਨ ਜੀ। ਅਸੀਂ ਕਹਿੰਦੇ ਹਾਂ ਕਿ 30 ਸਾਲ ਤੋਂ ਬਾਅਦ ਹਰ ਔਰਤ ਜਿਹੜੀ ਆ ਉਹ ਜਦੋਂ ਪੀਰੀਅਡਸ ਖਤਮ ਹੋ ਜਾਣ, 4-5 ਦਿਨ ਬਾਅਦ ਬਾਥਰੂਮ ਪ੍ਰਾਈਵੇਸੀ ਨਾਲ ਇਕੱਲੇ ਸ਼ੀਸ਼ੇ ਅੱਗੇ ਖੜੇ ਹੋ ਕੇ ਦੋਨੇ ਛਾਤੀਆਂ ਹੱਥ ਨਾਲ ਢੋਣ ਜੀ। ਜਿੱਥੇ ਕਿਤੇ ਸ਼ੱਕ ਪਵੇ ਕੋਈ ਨਵੀਂ ਚੀਜ਼, ਟਿਊਮਰ ਨੂੰ, ਕੈਂਸਰ ਨੂੰ ਅਸੀਂ ਨਿਓਪਲਾਜ਼ਮ ਕਹਿੰਦੇ ਹਾਂ। ਨਿਓਪਲਾਜ਼ਮ ਦਾ ਮਤਲਬ ਹੁੰਦਾ ਕਿ ਨਵੀਂ ਚੀਜ਼ ਪੈਦਾ ਹੋਣੀ। ਪਹਿਲਾਂ ਬਿਲਕੁਲ ਸੀ ਛਾਤੀ 'ਚ ਸਾਨੂੰ ਸ਼ੱਕ ਪੈ ਗਿਆ ਮੇਰੇ ਕੋਈ ਗੰਢ ਬਣ ਗਈ ਤਾਂ ਫਟਾਫਟ ਸਰਜਨ ਨੂੰ ਦਿਖਾਓ। ਬ੍ਰੈਸਟ ਕੈਂਸਰ ਜਿਹੜਾ ਉਹ ਜਾਂ ਤਾਂ ਬ੍ਰੈਸਟ ਕੈਂਸਰ ਸਰਜਨ ਹੁੰਦੀ ਹੈ ਜਾਂ ਜਨਰਲ ਸਰਜਨ ਹੁੰਦੇ ਆ। ਲੋਕ ਆਮ ਤੌਰ ਤੇ ਸੋਚਦੇ ਵੀ ਲੇਡੀ ਡਾਕਟਰ ਨੇ ਦੇਖਣਾ, ਗੈਨੇਕੋਲੋਜਿਸਟ ਨੇ। ਇਹ ਆਬਸਟੈਟ੍ਰਿਕਸ ਤੇ ਗੈਨੇਕੋਲੋਜਿਸਟ ਦਾ ਕੰਮ ਨਹੀਂ ਹੁੰਦਾ ਜੀ। ਇਹ ਜਿਹੜਾ ਜਨਰਲ ਸਰਜਨ ਜਾਂ ਬ੍ਰੈਸਟ ਕੈਂਸਰ ਸਪੈਸ਼ਲਾਈਜ਼ ਕਰਨ ਵਾਲਾ ਸਰਜਨ ਹੁੰਦਾ, ਜਿਹਨੂੰ ਸਰਜੀਕਲ oncologist ਨਹੀਂ ਕਹਿੰਦੇ, ਉਹਨਾਂ ਦਾ ਕੰਮ ਅਣਜਾਣ ਪੁਣੇ 'ਚ ਮਤਲਬ ਕਿ ਗਲਤ
ਸਲਾਹ ਤੇ ਟ੍ਰੀਟਮੈਂਟ ਨਹੀਂ ਲੈਣਾ ਚਾਹੀਦਾ, ਉਹਦੇ ਨਾਲ ਕਈ ਵਾਰੀ ਬਹੁਤ ਨੁਕਸਾਨ ਹੁੰਦਾ ਹੈ। ਸਾਨੂੰ ਇੱਕ ਬੜੀ ਵਧੀਆ ਗੱਲ ਕੀਤੀ ਕਿ ਅਣਜਾਣਪੁਣੇ ਦੇ ਵਿੱਚ ਅਤੇ ਗਲਤ ਸਲਾਹ ਲੈ ਕੇ ਕਦੀ ਵੀ ਟ੍ਰੀਟਮੈਂਟ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ, ਕਿਉਂਕਿ ਜਾਣੇ ਅਣਜਾਣੇ ਅਸੀਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਹੋਰ ਵਧਾ ਰਹੇ ਹਾਂ ਤੇ ਆਪਣੇ ਸਰੀਰ ਦਾ ਵੀ ਬਹੁਤ ਨੁਕਸਾਨ ਕਰ ਰਹੇ ਹਾਂ। ਔਰ ਬਹੁਤ ਵਧੀਆ ਸਰ ਨੇ ਇੱਕ ਮੈਸੇਜ ਵੀ ਦਿੱਤਾ। ਔਰ ਸਰ ਜਿਹੜਾ ਮੇਰਾ ਅਗਲਾ ਸਵਾਲ ਰਹੇਗਾ ਉਹ ਸਰ ਇਹ ਹੈ ਕਿ ਤੁਸੀਂ ਜਿਹੜੀਆਂ ਔਰਤਾਂ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 30 ਸਾਲ ਤੋਂ ਬਾਅਦ ਜਿਹੜਾ ਇਹ ਬ੍ਰੈਸਟ ਕੈਂਸਰ ਹੈ ਸ਼ੁਰੂ ਹੁੰਦਾ ਹੈ, ਉਹਨਾਂ ਔਰਤਾਂ ਨੂੰ ਤੁਸੀਂ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ, ਜਾਂ ਅਸੀਂ ਦੂਜੇ ਸ਼ਬਦਾਂ 'ਚ ਕਹੀਏ ਕਿ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ, ਜਾਂ ਕੀ ਇਹਦੇ ਪ੍ਰੀਕਾਸ਼ਨ ਹੋ ਸਕਦੇ ਨੇ ਜਿਹੜੇ ਇਹ ਤੋਂ ਲਏ ਜਾ ਸਕਦੇ ਨੇ? ਸਰ ਜਿੱਥੋਂ ਤੱਕ ਬਚਣ ਦਾ ਸਵਾਲ ਹੈ ਉਹ ਤਾਂ ਸੰਭਵ ਨਹੀਂ। ਅਗਰ ਜੀਨ 'ਚ ਕਿਸੇ ਦੇ ਹੈ ਜਾਂ ਫੈਮਿਲੀ ਹਿਸਟਰੀ ਹੈ, ਮਤਲਬ ਇਹ ਨਹੀਂ ਕਿ ਆਪਾਂ ਜਿਵੇਂ ਕਿਸੇ ਹੋਰ ਬਿਮਾਰੀ 'ਚ ਕਹੀਏ ਵੀ ਇਸ ਦਾ ਰੋਕਥਾਮ ਵੈਕਸੀਨੇਸ਼ਨ ਨਾਲ ਹੋ ਜਾਊਗਾ ਜਾਂ ਕੋਈ ਦਵਾਈਆਂ ਨਾਲ ਹੋ ਜੂ, ਨਹੀਂ। ਸਿਰਫ ਇਹ ਹੈ ਕਿ ਇਹ ਜਾਗਰੂਕ ਰਹਿਣਾ ਚਾਹੀਦਾ ਲੋਕਾਂ ਨੂੰ ਕਿ ਜਦੋਂ ਵੀ ਕੋਈ ਇਹ ਜਿਹੀ ਸ਼ੱਕੀ ਚੀਜ਼ ਹੁੰਦੀ ਹੈ ਫਟਾਫਟ ਠੀਕ ਸਲਾਹ ਲਓ ਉਸਦੀ ਤੇ ਠੀਕ ਟ੍ਰੀਟਮੈਂਟ ਕਰਾਓ। ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਆਪਰੇਟਡ ਪੇਸ਼ੈਂਟ ਅੰਮ੍ਰਿਤਸਰ 'ਚ ਵੀ 20 ਸਾਲ ਤੋਂ ਜ਼ਿਆਦਾ ਤੱਕ ਵੀ ਕੁਝ ਮਰੀਜ਼ ਜਿਉਂਦੇ ਆ, ਬੱਚੇ ਵੀ ਹੋ ਗਏ ਬਾਅਦ ਵਿੱਚ, ਛਾਤੀ ਵੀ ਨਹੀਂ ਕੱਢੀ ਜਿਹੜਾ ਆਪਰੇਸ਼ਨ ਬ੍ਰੈਸਟ ਵਗੈਰਾ ਹੁੰਦਾ ਹੈ। ਬਟ ਕੈਂਸਰ ਜਿਹੜਾ ਛਾਤੀ ਦਾ, ਇਹਦੇ 'ਚ ਇੱਕ ਬੜੀ ਮਤਲਬ ਦਿਲਚਸਪ ਤੇ ਵਿਲੱਖਣ ਦੀ ਚੀਜ਼ ਹੈ ਕਿ ਹਰ ਕੈਂਸਰ ਹਰ ਬੰਦੇ ਨੂੰ ਇੰਡੀਵਿਜੂਅਲ ਹੈ। ਇੱਕ ਕੈਂਸਰ ਉਹੀ ਸਟੇਜ ਆਪਰੇਸ਼ਨ ਹੋਇਆ, ਸਭ ਕੁਝ ਟ੍ਰੀਟਮੈਂਟ ਹੋਇਆ, ਮਰੀਜ਼ 10-15 ਸਾਲ ਕੁਝ ਨਹੀਂ ਹੁੰਦਾ। ਉਸੇ ਸਟੇਜ ਵਾਲਾ ਕੈਂਸਰ ਦੂਜੀ ਔਰਤ ਨੂੰ 2 ਸਾਲਾਂ ਬਾਅਦ ਵੀ ਕਈ ਵਾਰੀ ਘਾਤਕ ਹੋ ਜਾਂਦਾ ਹੈ। ਦੈਟ ਮੀਨਸ ਜਿਵੇਂ ਹਰ ਬੰਦਾ ਇੰਡੀਵਿਜੂਅਲ ਆ, ਉਵੇਂ ਹਰ ਕੈਂਸਰ ਆਪਣੇ ਆਪਣੇ ਇੰਡੀਵਿਜੂਅਲ ਤੌਰ ਤੇ ਬਿਹੇਵ ਕਰਦਾ। ਇਹ ਨਹੀਂ ਹੁੰਦਾ ਕਿ ਜੀ ਇਸ ਉਮਰ ਇਸ ਸਟੇਜ ਫਲਾਣਾ ਮਰੀਜ਼ ਦੀ 10 ਸਾਲ ਹੋ ਗਏ, ਮੇਰਾ ਕੀ ਬਣੂਗਾ। ਅਸੀਂ ਕਹਿੰਦੇ ਜੀ ਸਭ ਕੁਝ ਟ੍ਰੀਟਮੈਂਟ ਠੀਕ ਹੋ ਗਿਆ, ਬਾਕੀ ਫਾਲੋ ਅਪ ਬੜਾ ਇੰਪੋਰਟੈਂਟ ਜ਼ਰੂਰੀ ਹੁੰਦਾ ਕੈਂਸਰ ਦੇ ਟ੍ਰੀਟਮੈਂਟ 'ਚ। ਜਦੋਂ ਟ੍ਰੀਟਮੈਂਟ ਪੂਰਾ ਹੋ ਗਿਆ, ਸਰਜਰੀ, ਬਿਜਲੀ, ਕੀਮੋਥੈਰੇਪੀ, ਇਹ 3 ਚੀਜ਼ਾਂ ਜੀ, ਫਿਰ ਅਸੀਂ 2 ਸਾਲ ਮਰੀਜ਼ ਨੂੰ ਹਰ 3 ਮਹੀਨਿਆਂ ਬਾਅਦ ਬੁਲਾਉਂਦੇ, ਅਸੀਂ ਐਗਜ਼ਾਮਿਨ ਕਰਦੇ ਹਾਂ ਜਿੱਥੇ ਜਿਹੜੇ ਪਾਸੇ ਆਪਰੇਸ਼ਨ ਉਹ ਤੇ ਦੂਜਾ ਪਾਸਾ, ਕਿਉਂਕਿ ਜਿਹੜੇ ਪਾਸੇ ਇੱਕ ਪਾਸੇ ਜਿਹੜੇ ਮਰੀਜ਼ ਨੂੰ ਕੈਂਸਰ ਹੋ ਗਿਆ ਉਹਦੇ ਦੂਜੀ ਛਾਤੀ 'ਚ ਕੈਂਸਰ ਹੋਣ ਦੀ ਸੰਭਾਵਨਾ ਵੀ ਦੁੱਗਣੀ ਜੀ ਹੈ ਜੀ। ਕਈ ਵਾਰੀ ਅਸੀਂ ਬ੍ਰੈਸਟ ਕੱਢਦੇ ਨਹੀਂ, ਬ੍ਰੈਸਟ ਕੰਜ਼ਰਵਨ ਸਰਜਰੀ ਜਿਹੜੀ ਅਸੀਂ ਬ੍ਰੈਸਟ ਛੱਡੀ ਆ ਉਹ ਵੀ ਅਸੀਂ ਰੈਗੂਲਰ ਐਗਜ਼ਾਮ ਕਰਾਂਗੇ, ਕਿਉਂਕਿ ਉਹਦੇ 'ਚ ਵੀ ਭਾਵੇਂ 5% ਚਾਂਸ ਹੈ ਦੁਬਾਰਾ ਕੈਂਸਰ ਹੋ ਸਕਦਾ। ਫਿਰ ਹਰ 3 ਮਹੀਨੇ ਬਾਅਦ ਉਹਨਾਂ ਦਾ ਅਲਟਰਾਸਾਊਂਡ ਤੇ ਛਾਤੀ ਦਾ ਐਕਸਰੇ, ਫਿਰ ਪੁੱਛਦੇ ਆ ਭਾਈ ਭਾਰ ਤਾਂ ਨਹੀਂ ਘਟਿਆ, ਖਾਂਸੀ ਤਾਂ ਨਹੀਂ, ਕੋਈ ਹੋਰ ਹੱਡੀਆਂ ਪੇਨ ਤਾਂ ਨਹੀਂ। ਇਹ 2 ਸਾਲਾਂ ਬਾਅਦ ਫਾਲੋ ਅਪ 6 ਮਹੀਨਿਆਂ ਬਾਅਦ ਹੋ ਜਾਂਦਾ, ਉਹ 3 ਸਾਲ ਜਾਰੀ ਰਹਿੰਦਾ। 5 ਸਾਲ ਅਸੀਂ ਇਹ ਰੈਗੂਲਰ ਫਾਲੋ ਅਪ ਕਰਦੇ ਹਾਂ। ਔਰ ਜੇ ਸਪੋਜ਼ਿੰਗ ਇੱਕ ਸਾਈਡ ਦੀ ਛਾਤੀ ਕੱਢਦੀ ਨਾ, ਦੂਜੀ ਸਾਈਡ ਦੀ ਜਿਹੜੀ ਛਾਤੀ ਉਹਦੀ ਮੈਮੋਗ੍ਰਾਫੀ ਹੁੰਦੀ ਹੈ। ਦੇਖੋ ਜੇ ਮੈਂ ਤੁਹਾਨੂੰ ਦੱਸਿਆ ਕਿ ਰੋਕਥਾਮ ਤਾਂ ਹੈ ਨਹੀਂ, ਪਰ ਜਾਗਰੂਕਤਾ ਕਿ ਜੇ 2 ਹੀ ਚੀਜ਼ਾਂ, ਇੱਕ ਤਾਂ ਅਗਰ 30 ਸਾਲ ਦੀ ਔਰਤ ਜਾਂ 30 ਤੋਂ ਬਾਅਦ ਕਿਤੇ ਵੀ ਛਾਤੀ 'ਚ ਨਵੀਂ ਪਹਿਲੀ ਵਾਰੀ ਉਹ ਨੋਟ ਕਰਦੇ ਆ ਕੋਈ ਗੰਢ ਜਾਂ ਮਾਸ, ਫਟਾਫਟ ਸਰਜਨ ਨੂੰ ਦਿਖਾਓ ਤੇ ਇਹ ਟੈਸਟ ਕਰਕੇ ਟ੍ਰਿਪਲ ਅਸੈਸਮੈਂਟ ਨਾਲ ਪਤਾ ਲੱਗ ਜੂ ਕਿ ਸਧਾਰਨ ਚੀਜ਼ ਆ। ਕਈ ਵਾਰੀ ਲੋਕ ਬੜੇ ਡਰਦੇ ਆ ਸਧਾਰਨ ਚੀਜ਼ ਤੇ ਵੀ ਉਹਨਾਂ ਨੂੰ ਲੱਗਦਾ ਵੀ ਕੈਂਸਰ ਹੈ, ਫਿਰ ਉਹ ਸਾਨੂੰ ਉਹਨਾਂ ਦਾ ਡਰ ਟੈਸਟ ਕਰਕੇ ਕੱਢਣਾ ਪੈਂਦਾ ਹੈ ਜੀ। ਦੂਜਾ ਸਾਨੂੰ ਮੈਂ ਪਹਿਲੇ ਦੱਸ ਚੁੱਕਿਆ ਕਿ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਹਰ ਮਹੀਨੇ ਪੀਰੀਅਡਸ ਖਤਮ ਹੋਣ ਤੋਂ 4-5 ਦਿਨ ਬਾਅਦ ਜਿਹੜੀ ਕੀਤੀ ਜਾਵੇ, ਤਾਂ ਕਿ ਤੁਹਾਨੂੰ ਪਹਿਲੀ ਸਟੇਜ ਤੇ ਹੀ ਪਤਾ ਲੱਗ ਜਾਏ ਕਿ ਮੇਰੀ ਛਾਤੀ ਵਿੱਚ ਕੋਈ ਨਵੀਂ ਚੀਜ਼ ਪੈਦਾ ਹੋ ਰਹੀ। ਬਸ ਇਹ 2 ਸਭ ਤੋਂ ਜ਼ਰੂਰੀ ਚੀਜ਼ਾਂ ਇਤਿਹਾਸ ਦੇ ਤੌਰ ਤੇ। ਔਰ ਸਰ ਨੇ, ਕਿਉਂਕਿ ਇੱਕ ਵਾਰੀ ਮੈਂ ਵੀ ਸਾਦਾ ਮੈਸੇਜ ਕਨਵੇ ਕਰ ਦਿੰਦਾ ਕਿ ਸਰ ਨੇ ਜਿਸ ਤਰ੍ਹਾਂ ਦੱਸਿਆ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਈ ਵੀ ਗਿਲਟੀ ਕਹਿ ਸਕਦੇ ਹੋ ਜਾਂ ਕੋਈ ਅਜਿਹੀ ਚੀਜ਼ ਤੁਹਾਨੂੰ ਫੀਲ ਹੋ ਰਹੀ ਹੈ, ਤਾਂ ਤੁਹਾਨੂੰ ਉਹਦਾ ਬਹੁਤ ਜਲਦੀ ਜਾ ਕੇ ਜਿਹੜੇ ਵੀ ਇਹਨਾਂ ਦੇ ਸਪੈਸ਼ਲਿਸਟ ਨੇ ਉਹਨਾਂ ਨੂੰ ਦਿਖਾਉਣਾ ਚਾਹੀਦਾ। ਔਰ ਸਰ ਨੇ ਇੱਕ ਬਹੁਤ ਵਧੀਆ ਗੱਲ ਵੀ ਕੀਤੀ ਕਿ ਤੁਹਾਨੂੰ ਹਰ ਮਹੀਨੇ ਇੱਕ ਸੈਲਫ ਐਗਜ਼ਾਮੀਨੇਸ਼ਨ ਵੀ ਕਰਨਾ ਚਾਹੀਦਾ, ਜਿਸ ਤਰ੍ਹਾਂ ਸਰ ਨੇ ਕਿਹਾ ਕਿ ਉਹ ਵੀ ਕਰੋ, ਤਾਂ ਕਿ ਤੁਸੀਂ ਆਉਣ ਵਾਲੇ ਜਿਹੜੇ ਇਹਦੇ ਖਤਰਿਆਂ ਤੋਂ ਬਚ ਸਕਣ। ਔਰ ਸਰ ਇੱਕ ਬਹੁਤ ਹੀ ਵਧੀਆ ਤੁਸੀਂ ਸੋਸਾਇਟੀ ਵਾਸਤੇ ਮੈਸੇਜ ਦੇ ਰਹੇ ਹੋ। ਔਰ ਸਰ ਮੇਰਾ ਜਿਹੜਾ ਅਗਲਾ ਸਵਾਲ ਰਹੇਗਾ ਉਹ ਇਹ ਰਹੇਗਾ ਕਿ ਸਰ ਜੇ ਆਪਾਂ ਗੱਲ ਕਰੀਏ ਪਾਰਵਤੀ ਦੇਵੀ ਹਸਪੀਟਲ ਅੰਮ੍ਰਿਤਸਰ ਦੀ, पार्वती देवी हॉस्पिटल को की अजिही मशीनरी कह सकते हो ਜਾਂ ਕੀ ਅਜਿਹੀ ਸਪੈਸ਼ਲ ਫੈਕਲਟੀ ਹੈ ਜਿਹੜੀ ਕਿ ਬ੍ਰੈਸਟ ਕੈਂਸਰ ਦੇ ਵਿੱਚ ਜਦੋਂ ਟ੍ਰੀਟ ਕਰਦੀ ਹੈ ਤਾਂ ਉਹ ਦੂਸਰੇ ਨਾਲੋਂ ਵੱਖਰਾ ਜਾਂ ਬਹੁਤ ਵਧੀਆ ਟ੍ਰੀਟ ਕਰਦੀ ਹੈ ਪੇਸ਼ੈਂਟ ਨੂੰ? ਸਰ ਦੇਖੋ, ਪਾਰਵਤੀ ਦੇਵੀ ਹਸਪਤਾਲ ਇਸ ਵੇਲੇ ਸਿਰਫ ਜਿਹੜਾ ਬ੍ਰੈਸਟ ਕੈਂਸਰ ਦਾ ਟ੍ਰੀਟਮੈਂਟ ਹੈ ਇਹਦੇ 3 ਪਹਿਲੂ ਆ ਜੀ। ਜੇ ਤੁਸੀਂ ਕਹੋ ਕਿ ਸਭ ਤੋਂ ਵਧੀਆ ਤੇ ਆਈਡੀਅਲ ਟ੍ਰੀਟਮੈਂਟ ਸੈਂਟਰ ਕਿਹੜਾ ਹੋਊਗਾ, ਉਹ ਹੋਏਗਾ ਜਿੱਥੇ 3 ਚੀਜ਼ਾਂ ਉਸੇ ਹਸਪਤਾਲ 'ਚ ਜੀ।
ਤਿੰਨੇ ਚੀਜ਼ਾਂ ਦਾ ਭਾਵ ਹੈ ਸਰਜਰੀ, ਰੇਡੀਓਥੈਰੇਪੀ ਤੇ ਕੀਮੋਥੈਰੇਪੀ। ਇਹ ਐਟ ਪ੍ਰੈਜ਼ੈਂਟ ਜੇ ਤੁਸੀਂ ਕਹੋ ਤਾਂ ਗੁਰੂ ਨਾਨਕ ਦੇਵ ਹਸਪਤਾਲ ਤੇ ਗੁਰੂ ਰਾਮਦਾਸ ਹਸਪਤਾਲ, ਇਹ ਦੋ ਹਸਪਤਾਲ ਹੈ ਜਿਨ੍ਹਾਂ ਇਹ ਤਿੰਨੇ ਚੀਜ਼ਾਂ ਹੈ ਜੀ। ਸਾਡੇ ਜਿੱਥੋਂ ਤੱਕ ਸਰਜਰੀ ਦਾ ਸਵਾਲ ਹੁੰਦਾ, ਉਹ ਸਰਜਰੀ ਦੀ ਅਸੀਂ ਬੈਸਟ ਪੋਸੀਬਲ ਸਰਵਿਸ ਦੇ ਰਹੇ ਜੀ। ਉਦੋਂ ਬਾਅਦ ਫ੍ਰੀ ਟ੍ਰੀਟਮੈਂਟ ਵਾਸਤੇ ਜਾਂ ਰੇਡੀਓ ਤੇ ਕੋਈ ਪੇਸ਼ੈਂਟ ਕਹਿੰਦੇ ਜੀ ਨਹੀਂ ਅਸੀਂ ਇੱਥੇ ਨਹੀਂ ਲਾਉਣਾ, ਅਸੀਂ ਰਿਪੋਰਟ ਕਰਦੇ ਹਾਂ ਦਿੱਲੀ ਜਾਣਾ ਰੇਡੀਓਥੈਰੇਪੀ ਦਿੱਲੀ, ਕੋਈ ਕਹਿੰਦਾ ਅਸੀਂ ਜਲੰਧਰ ਜਾਣਾ, ਉੱਥੇ ਵੀ ਚਲੇ ਜਾਂਦੇ ਆ। ਮੈਂ ਜਿਹੜੀ ਤੁਹਾਨੂੰ ਗੱਲ ਕੀਤੀ ਸੀ ਕਿ ਲੰਡਨ ਮੈਂ 81 ਜਿਹੜੀ ਜਦੋਂ ਟ੍ਰੇਨਿੰਗ ਲਈ ਆ, ਉੱਥੇ ਉਹਨੂੰ ਕਹਿੰਦੇ ਸੀ ਮੈਂ ਸਪੈਸ਼ਲੀ ਤਾਂ ਆਇਆ ਸੀ, ਉਹਦਾ ਨਾਮ ਸੀ ਕੰਬਾਈਨਡ ਬ੍ਰੈਸਟ ਕਲੀਨਿਕ ਜੀ। ਕੰਬਾਈਨਡ ਬ੍ਰੈਸਟ ਕਲੀਨਿਕ ਦਾ ਮਤਲਬ ਕਿ ਤਿੰਨੇ ਬੈਠੇ ਆ, ਸਰਜਨ, ਰੇਡੀਏਸ਼ਨ ਵਾਲਾ, ਬਿਜਲੀ ਵਾਲਾ ਤੇ ਕੀਮੋਥੈਰੇਪੀ। ਹਰ ਪੇਸ਼ੈਂਟ ਦਾ ਰਿਕਾਰਡ ਉੱਤੇ ਪੁੱਟ ਆਫ ਹੁੰਦਾ ਤੇ ਸਾਰਾ ਸਲਾਹ ਹੁੰਦੀ ਹੈ ਕਿ ਇਹਦੇ ਲਈ ਬੈਸਟ ਟ੍ਰੀਟਮੈਂਟ ਪਲਾਨ ਆ ਹੋ। ਉਹ ਕਰਕੇ ਸਰਜਨ ਨੂੰ ਤੁਸੀਂ ਸਰਜਰੀ ਕਰ ਦਿਓ, ਉਹ ਤੋਂ ਬਾਅਦ ਸਾਡੇ ਵੱਲ ਰਿਪੋਰਟ ਨਾਲ ਭੇਜ ਦਿਓ। ਹੁਣ ਵੀ ਅਸੀਂ ਜਿਹੜੀ ਰਿਪੋਰਟ ਹੈਗੀ ਆ ਡਿਟੇਲਡ ਪੈਥੋਲੋਜੀ ਦੀ ਰਿਪੋਰਟ ਪੇਸ਼ੈਂਟ ਨੂੰ ਦੇ ਕੇ ਫਿਰ ਹੀ ਰੈਫਰ ਕਰਦੇ ਹਾਂ ਕਿ ਇਹਨੂੰ ਤੁਸੀਂ ਫਰਦਰ ਫ੍ਰੀ ਟ੍ਰੀਟਮੈਂਟ ਉੱਥੇ ਆਉਣ ਵਾਲੇ ਸਮੇਂ 'ਚ ਆਫਕੋਰਸ ਜਿਹੜੀ ਤੁਸੀਂ ਡਿਗਰੀ ਲਾਉਣ ਦੀ ਮਸ਼ੀਨ ਹੈ, ਕੀਮੋਥੈਰੇਪੀ ਦਾ ਤਾਂ ਸਿਰਫ ਇੱਕ ਡਾਕਟਰ ਹੀ ਚਾਹੀਦਾ ਅਨਕਾਲੋਜਿਸਟ, ਮੈਂ ਕੀਮੋਥੈਰੇਪੀ 'ਚ ਵੀ ਟ੍ਰੇਨਿੰਗ ਲਈ ਹੈ ਜੀ। ਪਰ ਰੇਡੀਏਸ਼ਨ ਦਾ ਜਿਹੜਾ ਯੂਨਿਟ ਆ ਉਹ ਬਹੁਤ ਮਹਿੰਗਾ ਹੁੰਦਾ ਹੈ, ਕੋਬਾਲਟ ਜਾਂ ਹੋਰ ਜੋ ਵੀ ਹੈ ਬਹੁਤ ਉਹਦੀ ਵੱਡੀ ਇਨਵੈਸਟਮੈਂਟ ਹੈ, ਉਹ ਪ੍ਰਾਈਵੇਟ ਸੈਕਟਰ 'ਚ ਹਰ ਇੱਕ ਜਿਹੜਾ ਕੋਈ ਹਾਊਸ ਆ ਉਹ ਨਹੀਂ ਕਰਨਾ ਚਾਹੁੰਦਾ। ਬਹੁਤ ਜਿਹੜੇ ਵੱਡੇ ਜਿਵੇਂ ਦਿੱਲੀ ਹਸਪੀਟਲ ਆ ਉਹਨਾਂ ਕੋਲੇ ਹੈ, ਸਾਰਿਆਂ ਕੋਲੇ, ਪਰ ਇੱਥੇ ਅਜੇ ਤੱਕ ਪ੍ਰਾਈਵੇਟ ਸੈਕਟਰ 'ਚ ਕਿਸੇ ਨੇ ਰੇਡੀਓਥੈਰੇਪੀ ਜਿਹੜੀ ਆਪਾਂ ਬਿਜਲੀ ਕਹਿੰਦੇ ਆ ਉਹਦੇ 'ਚ ਇਨਵੈਸਟਮੈਂਟ ਕਰਨ ਦੀ ਮਤਲਬ ਹਿੰਮਤ ਨਹੀਂ ਕੀਤੀ, ਹੌਸਲਾ ਨਹੀਂ ਕੀਤਾ। ਜਿਸ ਤਰ੍ਹਾਂ ਕਿ ਸਵਾਲ ਨੇ ਦੱਸਿਆ ਕਿ ਪਾਰਵਤੀ ਦੇਵੀ ਕੋ ਸਾਰੇ ਹੀ ਸਹੂਲਤਾਂ ਨੇ ਜੋ ਕਿ ਇੱਕ ਬ੍ਰੈਸਟ ਕੈਂਸਰ ਦੇ ਪੇਸ਼ੈਂਟ ਨੂੰ ਸਹੀ ਕਰਨ ਵਾਸਤੇ ਯੂਜ਼ ਕਰਦੇ ਨੇ। ਔਰ ਜੇ ਆਪਾਂ ਗੱਲ ਕਰੀਏ ਸਰਜਰੀ ਦੀ ਗੱਲ ਕਰੀਏ, ਜੇ ਆਪਾਂ ਰੇਡੀਓਥੈਰੇਪੀ ਦੀ ਗੱਲ ਕਰੀਏ ਅਤੇ ਜਿਹੜੀ ਦੂਸਰੀ ਕੋਈ ਥੈਰੇਪੀ ਹੈ ਉਹ ਪੇਸ਼ੈਂਟ ਨੂੰ ਦੇਖ ਕੇ ਉਹ ਉਹਨਾਂ ਨੂੰ ਅੱਗੇ ਰੈਫਰ ਕਰ ਦਿੰਦੇ ਨੇ, ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਕਿ ਪੇਸ਼ੈਂਟ ਨੂੰ ਉਹਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਇਆ ਰੈਫਰ ਕੀਤਾ ਜਾਂਦਾ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨੂੰ ਬਿਲਕੁਲ ਪ੍ਰੋਪਰ ਤਰੀਕੇ ਨਾਲ ਠੀਕ ਕੀਤਾ ਜਾ ਸਕੇ। ਔਰ ਇੱਕ ਬਹੁਤ ਹੀ ਵਧੀਆ ਇੱਕ ਮੈਸੇਜ ਸਰ ਨੇ ਕਨਵੇ ਕੀਤਾ ਔਰ ਦੱਸਿਆ ਕਿ ਕਿਸ ਤਰ੍ਹਾਂ ਬ੍ਰੈਸਟ ਕੈਂਸਰ ਹੈ ਉਹ ਕਿਸ ਤਰ੍ਹਾਂ ਉਹਦੇ ਸਿੰਪਟਮਸ ਹੁੰਦੇ ਨੇ ਔਰ ਕੀ ਉਹਦੇ ਵਿੱਚ ਅਸੀਂ ਇਹਤਿਆਤ ਵਰਤ ਸਕਦੇ ਹਾਂ ਔਰ ਕੀ ਉਹਦੇ ਜਿਹੜੇ ਪ੍ਰੀਕਾਸ਼ਨਸ ਅਸੀਂ ਲੈ ਸਕਦੇ ਹਾਂ। ਔਰ ਸਰ ਬਹੁਤ ਵਧੀਆ ਇੱਕ ਤੁਹਾਡੇ ਨਾਲ ਸਰ ਸਾਡੀ ਗੱਲਬਾਤ ਰਹੀ। ਔਰ ਸਰ ਮੇਰਾ ਇੱਕ ਲਾਸਟ ਜੇ ਮੇਰਾ ਇੱਕ ਸਵਾਲ ਹੈ, ਤੁਸੀਂ ਇਹਨੂੰ ਪਰਸਨਲੀ ਵੀ ਕਹਿ ਸਕਦੇ ਹੋ ਸਰ, ਜੇਕਰ ਤੁਸੀਂ ਡਾਕਟਰ ਨਹੀਂ ਹੁੰਦੇ ਤਾਂ ਕੀ ਹੁੰਦੇ, ਔਰ ਜੇਕਰ ਤੁਹਾਨੂੰ ਅਗਲਾ ਜਨਮ ਮਿਲਦਾ ਹੈ ਤਾਂ ਸਰ ਤੁਸੀਂ ਅਗਲੇ ਜਨਮ ਦੇ ਵਿੱਚ ਕੀ ਸਰ ਬਣਨਾ ਚਾਹੋਗੇ? ਜੇ ਡਾਕਟਰ ਨਾ ਹੁੰਦਾ ਤਾਂ ਇੱਕ ਹਲਵਾਊ ਕਿਸਾਨ ਦਾ ਮੁੰਡਾ ਕੀ ਹੁੰਦਾ, ਕਿਸਾਨ। ਅਗਲੇ ਜਨਮ ਦਾ ਪਤਾ ਨਹੀਂ ਮਤਲਬ ਕਦੋਂ ਹੁੰਦਾ ਤੇ ਉਦੋਂ ਕਿਹੋ ਜਿਹੀ ਟੈਕਨੀਕ ਹੋਣੀ ਹੈ। ਮਤਲਬ ਤੁਸੀਂ ਵਾਟ ਆਈ ਮੀਨ ਇਸ ਕਿ ਜੇ ਮੈਂ ਦੁਬਾਰਾ ਤੋਂ ਸਰਜਨ ਬਣਾ ਸਟਾਰਟਿੰਗ ਫਰਮ ਜ਼ੀਰੋ, ਤਾਂ ਮੈਂ ਬਹੁਤ ਪੁਰਾਣੀ ਸਰਜਰੀ ਨਾਲੋਂ ਬੜਾ ਡਿਫਰੈਂਟ ਤਰ੍ਹਾਂ ਦੀਆਂ ਟੈਕਨੀਕਸ ਹੋਣਗੀਆਂ ਤੇ ਮੈਂ ਹੋਰ ਵੀ ਲਰਨ ਕਰਨਾ ਚਾਹੂੰਗਾ। ਈਵਨ ਐਟ ਪ੍ਰੈਜ਼ੈਂਟ ਮੈਂ ਨਹੀਂ ਕਹਿੰਦਾ ਕਿ ਮੈਂ ਪਰਫੈਕਟ ਹਾਂ ਜੀ, ਬੜਾ ਕੁਝ ਹੈ ਸਰਜਰੀ ਜਿਹੜਾ ਕਿ ਸਿੱਖਣ ਨੂੰ ਪਿਆ। ਉਹਦੇ ਲਈ ਸਾਨੂੰ ਇਕਵਿਪਮੈਂਟ, ਮਸ਼ੀਨਰੀ, ਬੜੀਆਂ ਐਕਸਪੈਂਸਿਵ ਮਹਿੰਗੀਆਂ ਚੀਜ਼ਾਂ ਦੀ ਲੋੜ ਹੈ। ਦੇਖੋ ਜਦੋਂ ਅਸੀਂ ਡਾਕਟਰ ਬਣੇ ਉਦੋਂ ਅਲਟਰਾਸਾਊਂਡ ਨਾਂ ਦੀ ਚੀਜ਼ ਨਹੀਂ ਹੁੰਦੀ ਸੀ, ਮੈਮੋਗ੍ਰਾਫੀ ਨਾਂ ਦੀ ਚੀਜ਼ ਨਹੀਂ ਹੁੰਦੀ ਸੀ, ਕਿੰਨਾ ਕੁਝ ਟਾਈਮ ਨਾਲ ਬਦਲ ਗਿਆ। ਸੋ ਜੇ ਅਗਲੇ ਜਨਮ 'ਚ ਡਾਕਟਰ ਬਣੇ ਤਾਂ ਉਹ ਤਾਂ ਹੋਰ ਹੀ ਕਮਾਲ ਹੋਊਗਾ, ਜਦੋਂ ਤਾਂ ਪਤਾ ਨਹੀਂ ਕੀ ਕੁਝ ਬਦਲਿਆ ਵਧੀਆ। ਔਰ ਇੱਕ ਬਹੁਤ ਹੀ ਇੱਕ ਇੰਟਰਸਟਿੰਗ ਇੰਟਰਵਿਊ ਸਰ ਦੇ ਨਾਲ ਸਾਡਾ ਹੋਇਆ ਔਰ ਸਰ ਨੇ ਜਿਸ ਤਰ੍ਹਾਂ ਕਿਹਾ ਕਿ ਜੇ ਮੈਨੂੰ ਅਗਲਾ ਜਨਮ ਮਿਲਦਾ ਹੈ ਤਾਂ ਮੈਂ ਬਿਲਕੁਲ ਅਗਲੇ ਜਨਮ ਦੇ ਵਿੱਚ ਵੀ ਸਰਜਨ ਔਰ ਡਾਕਟਰ ਹੀ ਬਣਨਾ ਚਾਹੂੰਗਾ ਔਰ ਕੋਸ਼ਿਸ਼ ਕਰੂੰਗਾ ਕਿ ਮੈਂ ਇੱਦਾਂ ਹੀ ਮਾਨਵਤਾ ਦੀ ਸੇਵਾ ਕਰਦਾ ਰਹਾਂ। ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਭੋਲਾ ਸਿੰਘ ਸਿੱਧੂ ਜੀ ਦਾ, ਜਿਨ੍ਹਾਂ ਨੇ ਸਾਨੂੰ ਆਪਣੇ ਟਾਈਮ ਦੇ ਵਿੱਚੋਂ ਸਪੈਸ਼ਲ ਟਾਈਮ ਦਿੱਤਾ। ਸਰ ਬਹੁਤ ਤੁਹਾਡਾ ਧੰਨਵਾਦ ਸਰ। ਓਮਕਾਰ ਜੀ ਤੇ ਰਜੀਵ ਸ਼ਰਮਾ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਵੀ ਤਾਂ ਟਾਈਮ ਕੱਢਿਆ। ਮੇਰਾ ਖਿਆਲ ਹੈ ਕਿ ਮੈਂ ਜਿੰਨਾ ਕਾਬਲੀ ਤੁਸ਼ਬੁੱਧ ਇਨਸਾਨ ਬੋਲ ਸਕਿਆ, ਸ਼ਾਇਦ ਇਹ ਕੁਝ ਦਰਸ਼ਕਾਂ ਨੂੰ ਠੀਕ ਤਰੀਕੇ ਨਾਲ ਇਸ ਬਿਮਾਰੀ ਸੰਬੰਧੀ ਗਾਈਡ ਕਰ ਸਕੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ।